ਅਸੀਂ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ। ਸਾਰਿਆਂ ਨੂੰ ਜੈਮਸੀ ਦੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਸੋ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਉਹਨਾਂ ਆਰਾਧਕਾਂ ਨੂੰ ਲੱਭਦਾ ਆ ਜਿਹੜੇ ਰੂਹ ਤੇ ਸੱਚਾਈ ਦੇ ਨਾਲ ਆਰਾਧਨਾ ਕਰਦੇ ਆ। ਸੋ ਇਸੇ ਤਰ੍ਹਾਂ ਹੀ ਅੱਜ ਅਸੀਂ ਤੁਹਾਨੂੰ ਇੱਕ ਐਸੇ ਆਰਾਧਕ ਨਾਲ, ਇੱਕ ਐਸੇ ਵਰਸ਼ਿਪਰ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਕੁੜੀ ਹੋਣ ਦੇ ਬਾਵਜੂਦ ਵੀ ਇੱਕ ਵਰਸ਼ਿਪ ਨੂੰ, ਇੱਕ ਆਰਾਧਨਾ ਨੂੰ ਉਸ ਲੈਵਲ ਤੇ ਲੈ ਗਏ ਆ ਕਿ ਅੱਜ ਹਰ ਇੱਕ ਕੁੜੀ ਚਾਹੁੰਦੀ ਹੈ ਕਿ ਮੋਨਾ ਵਰਗੀ ਬਣਾ। ਆਈਏ ਅੱਜ ਅਸੀਂ ਮਿਲਾਂਗੇ ਵਰਸ਼ਿਪਰ ਰੋਮਿਕਾ ਮਸੀਹ ਜੀ ਦੇ ਨਾਲ। ਜੈਮਸੀ ਕੀ ਸਿਸਟਰ ਜੀ। ਜੈ ਮਸੀਹ ਕੀ। ਸਿਸਟਰ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਥੈਂਕ ਯੂ ਸੋ ਮਚ ਬ੍ਰਦਰ। ਸਿਸਟਰ ਜੀ ਸਭ ਤੋਂ ਪਹਿਲੇ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਮਸੀਹ ਦੇ ਵਿੱਚ ਆਉਣ ਤੋਂ ਪਹਿਲੇ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਸੀ। ਸਭ ਤੋਂ ਪਹਿਲੇ ਮੈਂ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੀ ਹਾਂ ਜਿਨੇ ਅੱਜ ਸਾਨੂੰ ਇਹ ਨਵਾਂ ਜੀਵਨ ਦਿੱਤਾ ਹੈ। ਹਰ ਇੱਕ ਰੋਜ਼ ਜੋ ਸਾਨੂੰ ਸਾਹ ਮਿਲਦੇ ਨੇ ਪਰਮੇਸ਼ਰ ਦੇ ਦੁਆਰਾ ਇੱਕ ਨਵਾਂ ਜੀਵਨ ਹੈ, ਔਰ ਹਰ ਰੋਜ਼ ਸਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਗਵਾਹੀ ਪੈਦਾ ਹੁੰਦੀ ਹੈ। ਤੁਹਾਡਾ ਵੀ ਥੈਂਕਸ ਕਰਦੀ ਹਾਂ ਬ੍ਰਦਰ ਕਿ ਤੁਸੀਂ ਇਹ ਉਪਰਾਲਾ ਕੀਤਾ ਕਿ ਇਹ ਮੈਸੇਜ ਲੋਕਾਂ ਤੱਕ ਪਹੁੰਚ ਸਕੇ ਔਰ ਜਿਸ ਦੇ ਦੁਆਰਾ ਲੋਕ ਬਰਕਤ ਪਾ ਸਕਣ। ਸਭ ਤੋਂ ਪਹਿਲਾਂ 2011 ਦੇ ਵਿੱਚ ਮੈਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਈ, ਔਰ ਜਿੱਦਾਂ ਕਿ ਮੈਂ ਪਹਿਲਾਂ ਵੀ ਆਪਣੀ ਗਵਾਹੀ ਦੇ ਚੁੱਕੀ ਹਾਂ, ਜਿਹਦੇ ਵਿੱਚ ਮੈਂ ਦੱਸਿਆ ਹੈ ਕਿ ਮੈਂ ਇੱਕ ਪਰਚੀ ਲੈ ਕੇ ਗਈ ਸੀ, ਇੱਕ ਸਲਿੱਪ ਲੈ ਕੇ ਗਈ ਸੀ ਜਿਹੜੀ ਕਿ ਮੈਂ ਸੋਚਿਆ ਕਿ ਉਹ ਯੂਜ਼ ਕਰਾਂਗੀ ਤਾਂ ਪੇਪਰ ਕਰਾਂਗੀ, ਔਰ ਉਹ ਜਿਹੜੀ ਪਰਚੀ ਸੀ 12th ਦਾ ਪੇਪਰ ਸੀਗਾ ਔਰ ਉਹ ਪਰਚੀ ਜਿਹੜੀ ਫੜੀ ਗਈ ਸੀ। 50 ਨੰਬਰ ਦਾ ਟੋਟਲੀ ਪੇਪਰ ਛੱਡ ਦਿੱਤਾ ਸੀਗਾ ਔਰ ਮੈਂ ਬਹੁਤ ਪਰੇਸ਼ਾਨ ਸੀ, ਨਿਰਾਸ਼ ਸੀ। ਜ਼ਿੰਦਗੀ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਪਰੇਸ਼ਾਨੀਆਂ ਸੀਗੀਆਂ, ਪ੍ਰੋਬਲਮ ਸੀਗੀਆਂ ਜਿਨ੍ਹਾਂ ਦਾ ਕੋਈ ਹੱਲ ਨਹੀਂ ਲੱਭਦਾ ਸੀਗਾ। ਲੇਕਿਨ ਮੈਂ ਇੱਕ ਸੱਚੇ ਰੱਬ ਦੀ ਤਲਾਸ਼ ਵਿੱਚ ਸੀਗਾ ਕਿ ਕੌਣ ਉਹ ਸੱਚਾ ਰੱਬ ਹੈ ਜਿਹੜਾ ਮੈਨੂੰ ਮੇਰੀਆਂ ਮੁਸੀਬਤਾਂ ਤੋਂ ਛੁਟਕਾਰਾ ਦੇਵੇਗਾ, ਜਿਹੜਾ ਮੇਰੇ ਨਾਲ ਗੱਲ ਕਰੇਗਾ, ਔਰ ਉਹਨਾਂ ਜਿਹੜੀਆਂ ਜੋ ਮੇਰੀ ਪਰਿਸਥਿਤੀਆਂ ਸੀ ਜ਼ਿੰਦਗੀ ਵਿੱਚ ਉਹਨਾਂ ਤੋਂ ਕੌਣ ਮੈਨੂੰ ਬਚਾਏਗਾ। ਅਤੇ ਸਦਾ ਮੇਰੇ ਦਿਮਾਗ 'ਚ ਇਹ ਸਵਾਲ ਚੱਲਦਾ ਰਹਿੰਦਾ ਸੀ ਔਰ ਮੈਂ ਅਕਸਰ ਜਿਨ੍ਹਾਂ ਦੀ ਮਾਨਤਾ ਮੈਂ ਕਰਦੀ ਸੀ ਉਹਨਾਂ ਨੂੰ ਅਕਸਰ ਪੁੱਛਿਆ ਕਰਦੀ ਸੀ ਕਿ ਕੌਣ ਉਹ ਸੱਚਾ ਰੱਬ ਹੈ ਜਿਹੜਾ ਮੇਰੀ ਗੱਲ ਸੁਣੇ, ਮੇਰੇ ਨਾਲ ਗੱਲਬਾਤ ਕਰੇ ਅਤੇ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਦੇਵੇ। ਅਤੇ ਉਹ 2011 ਦੇ ਵਿੱਚ ਮੇਰਾ ਇਨਕਾਊਂਟਰ ਖੁਦਾ ਦੇ ਨਾਲ ਹੋਇਆ। ਇੱਕ ਆਂਟੀ ਨੇ ਮੈਨੂੰ, ਜਿਨ੍ਹਾਂ ਦਾ ਨਾਮ ਬਿੰਦਰ ਆਂਟੀ ਹੈ, ਉਹਨਾਂ ਨੇ ਮੈਨੂੰ ਪਹਿਲੀ ਵਾਰ ਮੈਸੇਜ ਸੁਣਾਇਆ ਕਿ ਪਰਮੇਸ਼ਵਰ ਤੈਨੂੰ ਪ੍ਰੇਮ ਕਰਦਾ ਹੈ ਔਰ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ। ਤੇਰੇ ਨਾਲ ਜੋ ਵੀ ਪਰਿਸਥਿਤੀ ਹੋਈ ਹੈ, ਜੋ ਵੀ ਪੇਪਰ ਤੇਰਾ ਹੋਇਆ, ਤੂੰ ਪਰਮੇਸ਼ਵਰ ਦੇ ਵਿੱਚ ਪਾਸ ਹੋਏਗੀ। ਇਹ ਇੱਕ ਛੋਟੀ ਜਿਹੀ ਗੱਲ ਹੋ ਸਕਦੀ ਹੈ ਕਿ ਪਰਚੀ ਲੈ ਕੇ ਜਾਣਾ ਔਰ ਉਸ ਦੇ ਦੁਆਰਾ ਪੇਪਰ ਫੜ, ਇਹ ਛੋਟੀ ਗੱਲ ਹੋ ਸਕਦੀ, ਲੇਕਿਨ ਇਸ ਗੱਲ ਦੇ ਦੁਆਰਾ ਪਰਮੇਸ਼ਵਰ ਨੇ ਮੇਰੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖਤਾ। ਇਸ ਲਈ ਮੈਂ ਇਹ ਗਵਾਹੀ ਬਾਰ-ਬਾਰ ਇਸ ਲਈ ਦਿੰਦੀ ਹਾਂ। ਮੈਂ ਇਸ ਲਈ ਐਪਰੀਸ਼ੀਏਟ ਨਹੀਂ ਕਰਦੀ ਕਿ ਪਰਚੀ ਲੈ ਕੇ ਜਾਓ ਅਤੇ ਪਰਮੇਸ਼ਵਰ ਤੁਹਾਨੂੰ ਪਾਸ ਕਰੇਗਾ, ਇਸ ਦਾ ਬਿਲਕੁਲ ਇਹ ਮਤਲਬ ਨਹੀਂ ਹੈ। ਮੇਰੀ ਉਹ ਟੈਸਟਮਨੀ ਸੀ, ਖੁਦਾ ਨੇ ਮੈਨੂੰ ਉਸ ਰੀਤੀ ਨਾਲ ਚੁਣਨਾ ਸੀ। ਤੁਸੀਂ ਇਮਾਨਦਾਰੀ ਦੇ ਨਾਲ ਆਪਣੀ ਸਟੱਡੀ ਨੂੰ ਕਰੋ, ਇਮਾਨਦਾਰੀ ਨਾਲ ਐਗਜ਼ਾਮਸ ਕਰੋ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇਗਾ। ਔਰ ਜਦ ਮੈਂ ਮਸੀਹ ਦੇ ਵਿੱਚ ਆਈ, ਉਹ ਆਂਟੀ ਨੇ ਮੈਨੂੰ ਵਚਨ ਸੁਣਾਇਆ ਕਿ ਪਰਮੇਸ਼ਵਰ ਤੈਨੂੰ ਪ੍ਰੇਮ ਕਰਦਾ ਹੈ, ਤੂੰ ਪ੍ਰਭੂ ਦੇ ਵਿੱਚ ਆ ਜਾ ਅਤੇ ਤੂੰ ਕਹਿੰਦੀ ਪ੍ਰਾਰਥਨਾ ਕਰੀ। ਮੈਂ ਉਹਨਾਂ ਨੂੰ ਕਿਹਾ ਮੈਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ। ਪਹਿਲੀ ਵਾਰ ਮੈਂ ਛੱਤ 'ਤੇ ਚੜ੍ਹ ਕੇ ਪ੍ਰਾਰਥਨਾ ਕੀਤੀ ਔਰ ਜਦ ਮੈਂ ਪ੍ਰਾਰਥਨਾ ਕੀਤੀ ਪਰਮੇਸ਼ਵਰ ਦਾ ਪਵਿੱਤਰ ਆਤਮਾ ਨੇ ਮੈਨੂੰ ਛੂਹਿਆ ਔਰ ਉਹ ਪਹਿਲਾ ਇਨਕਾਊਂਟਰ ਮੇਰਾ ਖੁਦਾ ਦੇ ਨਾਲ ਸੀ। ਉਸ ਤੋਂ ਬਾਅਦ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸੱਚੇ ਪਰਮੇਸ਼ਵਰ, ਸੱਚੇ ਰੱਬ ਦੀ ਜੋ ਮੈਨੂੰ ਭਾਲ ਸੀ, ਉਸ ਦਿਨ ਮੇਰੀ ਜਾ ਕੇ ਉਹ ਭਾਲ ਮੇਰੀ ਪੂਰੀ ਹੋਈ ਔਰ ਉਸ ਤੋਂ ਬਾਅਦ ਮੈਂ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਖੁਦਾ ਨੂੰ ਸਦਾ ਮੰਨਿਆ ਔਰ ਪਰਮੇਸ਼ਵਰ ਦਾ ਨਾਮ ਉੱਚਾ ਕੀਤਾ। ਸੋ ਸਿਸਟਰ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਕਿੱਦਾਂ ਪਰਮੇਸ਼ਰ ਨੂੰ ਜਾਣਿਆ, ਪਰ ਉਸ ਤੋਂ ਬਾਅਦ ਕਿਸ ਤਰ੍ਹਾਂ ਤੁਹਾਨੂੰ ਮਤਲਬ ਲੱਗਿਆ ਕਿ ਮੈਂ ਵਰਸ਼ਿਪ ਵਾਸਤੇ ਚੁਣੀ ਗਈ ਹਾਂ ਜਾਂ ਮੈਂ ਆਰਾਧਨਾ ਕਰਨ ਵਾਸਤੇ ਪਰਮੇਸ਼ਰ ਨੇ ਮੈਨੂੰ ਬੁਲਾਇਆ? ਮੈਨੂੰ ਬ੍ਰਦਰ ਬਹੁਤ ਹੀ ਸ਼ੌਂਕ ਸੀ ਗਾਉਣ ਦਾ। ਜਦੋਂ ਮੈਂ ਮਸੀਹ ਵਿੱਚ ਨਹੀਂ ਸੀਗੀ ਮੈਨੂੰ ਸ਼ੌਂਕ ਸੀ ਔਰ ਮੈਂ ਕਈ ਜਗ੍ਹਾ ਆਡੀਸ਼ਨਸ ਵੀ ਦਿੱਤੇ। ਮੇਰਾ ਬੜਾ ਮਨ ਸੀ ਕਿ ਮੈਂ ਸਿੱਖਾਂ ਔਰ ਮੈਂ ਦੁਨਿਆਵੀ ਗੀਤ ਗਾਵਾਂ, ਪਰ ਖੁਦਾ ਦੀ ਯੋਜਨਾ ਕੁਛ ਹੋਰ ਸੀ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੈਂ ਤੇਰੀ ਮਾਂ ਦੀ ਕੁੱਖ ਤੋਂ ਹੀ ਤੈਨੂੰ ਚੁਣ ਲਿਆ ਹੋਇਆ ਆ। ਉਹ ਸਾਡੇ 'ਤੇ ਉਦੋਂ ਤੋਂ ਹੀ ਨਿਗਾਹ ਲਗਾ ਕੇ ਬੈਠਾ ਸੀ ਕਿ ਕਦੋਂ ਇਹ ਉਸ ਏਜ ਦੇ ਵਿੱਚ ਆਵੇ ਜਿੱਥੇ ਮੇਰਾ ਕੰਮ ਕਰਨਾ ਸ਼ੁਰੂ ਕਰੇ। ਔਰ ਜਦ ਮੈਂ ਮਸੀਹ ਦੇ ਵਿੱਚ ਆਈ ਮੈਨੂੰ ਸ਼ੌਂਕ ਹੋਇਆ, ਮੈਨੂੰ ਬੜਾ ਚਾਅ ਹੋਇਆ ਜਿੱਦਾਂ ਲੋਕ ਜ਼ਬੂਰ ਗਾਉਂਦੇ ਹੁੰਦੇ ਸੀ, ਕਿਉਂਕਿ ਉਸ ਸਮੇਂ ਘਰਾਂ ਦੇ ਵਿੱਚ, ਹਾਊਸ ਦੇ ਵਿੱਚ ਛੋਟੀਆਂ ਬੰਦਗੀਆਂ ਹੁੰਦੀਆਂ ਸੀ ਅਤੇ ਉੱਥੇ ਮੈਂ ਉਹਨਾਂ ਬੰਦਗੀਆਂ ਨੂੰ ਅਟੈਂਡ ਕਰਦੀ ਹੁੰਦੀ ਸੀ ਅਤੇ ਉੱਥੇ ਉਹਨਾਂ ਨੇ ਹਰ ਸ਼ੁੱਕਰਵਾਰ ਅਤੇ ਐਤਵਾਰ ਬੰਦਗੀ ਕਰਨੀ ਔਰ ਉਹਨਾਂ ਨੇ ਮੈਨੂੰ ਖੁਦਾ ਦੇ ਵਿੱਚ ਬੜਾ ਐਪਰੀਸ਼ੀਏਟ ਕੀਤਾ, ਵਧਣ ਦਾ ਮੌਕਾ ਵੀ ਦਿੱਤਾ। ਔਰ ਉਹਨਾਂ ਦੇ ਘਰ ਦੇ ਵਿੱਚ ਮੈਂ ਹਰ ਸ਼ੁੱਕਰਵਾਰ ਅਤੇ ਐਤਵਾਰ ਵਰਸ਼ਿਪ ਕਰਨੀ, 2-2 3-3 4-4 ਲਗਾਤਾਰ ਘੰਟੇ ਉੱਥੇ ਆਰਾਧਨਾ ਚੱਲਦੀ ਰਹਿਣੀ ਔਰ ਮੈਂ ਇਹ ਮਹਿਸੂਸ ਕਰਨਾ ਕਿ ਪਰਮੇਸ਼ਰ ਦਾ ਆਤਮਾ ਉੱਥੇ ਹੀ ਉਸ ਜਗ੍ਹਾ 'ਤੇ ਮੌਜੂਦ ਆ। ਅਤੇ ਜਦੋਂ ਮੈਂ ਆਰਾਧਨਾ ਕਰਨੀ ਸ਼ੁਰੂ ਕੀਤੀ, ਹੌਲੀ ਹੌਲੀ ਮੈਨੂੰ ਖੁਦਾ ਨੇ ਮੌਕਾ ਦਿੱਤਾ ਛੋਟੀ ਕਨਵੈਨਸ਼ਨਸ 'ਤੇ, ਛੋਟੀਆਂ ਮੀਟਿੰਗਸ 'ਤੇ ਗਾਉਣ ਦਾ, ਹੋਮ ਮੀਟਿੰਗਸ ਦੇ ਵਿੱਚ ਗਾਉਣ ਦਾ। ਕੋਈ ਵੀ ਮੌਕਾ ਮੈਂ ਜਿਹੜਾ ਸੀਗਾ ਉਹ ਨਹੀਂ ਛੱਡਦੀ ਸੀ ਔਰ ਮੇਰਾ ਇਹ ਵਿਸ਼ਵਾਸ ਸੀਗਾ ਕਿ ਮੈਂ ਇੱਦਾਂ ਹੀ ਗਾਉਂਦੀ ਗਈ ਅਤੇ ਪਰਮੇਸ਼ਰ ਮੈਨੂੰ ਆਸ਼ੀਸ਼ਿਤ ਕਰੇਗਾ। ਲੇਕਿਨ ਮੈਨੂੰ ਕੁਛ ਨਹੀਂ ਪਤਾ ਸੀਗਾ ਕਿ ਪਰਮੇਸ਼ਰ ਮੇਰੀ ਜ਼ਿੰਦਗੀ 'ਚ ਕੀ ਕਰਨ ਵਾਲੇ ਆ। ਸੋ ਜਦੋਂ ਮੈਨੂੰ ਪਹਿਲੀ ਵਾਰੀ ਫੰਡ ਮਿਲਿਆ 2017 ਦੇ ਵਿੱਚ ਆਪਣੀ ਜੌਬ ਤੋਂ, ਔਰ ਉਹ ਫੰਡ ਮਿਲਣ ਤੋਂ ਬਾਅਦ
ਮੈਂ ਇਹ ਡਿਸਾਈਡ ਕੀਤਾ ਕਿ ਮੈਂ ਮਸੀਹ ਗੀਤ ਕਰਾਂਗੀ, ਭਜਨ ਕਰਾਂਗੀ ਜਿਸ ਦਾ ਨਾਮ ਹੈ ਯਿਸੂ ਨਾਸਰੀ ਸੀ। ਔਰ ਉਸ ਗੀਤ ਦੀ ਜਿਹੜੀ ਪ੍ਰੈਕਟਿਸ ਆ 3 ਮਹੀਨੇ ਮੈਂ ਕੀਤੀ, ਕਿਉਂਕਿ ਮੈਨੂੰ ਮਿਊਜ਼ਿਕ ਦੀ ਜ਼ਿਆਦਾ ਨੌਲੇਜ ਨਹੀਂ ਸੀ। ਔਰ ਹੁਣ ਵੀ ਅਸੀਂ ਪਰਮੇਸ਼ਵਰ ਦੇ ਅਨੁਗ੍ਰਹਿ ਤੇ ਉਹਦੀ ਦਇਆ ਨਾਲ ਗਾਉਂਦੀ ਹਾਂ। ਮੈਂ ਲੋਕ ਕਹਿੰਦੇ ਨੇ ਕਿ ਨਹੀਂ, ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਤੁਹਾਨੂੰ ਗਾਉਣਾ ਨਹੀਂ ਆਉਂਦਾ, ਜਾਂ ਮੈਂ ਇਹ ਕਹਿੰਦੀ ਹਾਂ ਕਿ ਹਾਂ, ਪ੍ਰਭੂ ਦੀ ਦਇਆ ਨਾਲ ਮੈਂ ਗਾ ਲੈਂਦੀ ਹਾਂ, ਉਹਦੀ ਅਨੁਗ੍ਰਹਿ ਨਾਲ ਗਾ ਲੈਂਦੀ। ਔਰ ਜਦ ਤੱਕ ਸਾਹ ਹੈ ਉਦ ਤੱਕ ਗਾਵਾਂਗੀ, ਔਰ ਪਰਮੇਸ਼ਵਰ ਦਾ ਨਾਮ ਮਹਿਮਾ ਪਾਏਗਾ। ਔਰ ਉਸ ਸਮੇਂ 2017 ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਆਪਣੀ ਮਹਿਮਾ ਲਈ ਜਦੋਂ ਵਰਸ਼ਿਪ ਲਈ ਚੁਣਿਆ, ਮੇਰੇ ਤੇ ਜ਼ਾਹਿਰ ਕੀਤਾ ਕਿ ਮੈਂ ਚਾਹੁੰਦਾ ਕਿ ਤੂੰ ਮੇਰੀ ਆਰਾਧਕ, ਤੂੰ ਮੇਰੀ ਉਪਾਸਨਾ ਕਰੇ, ਆਰਾਧਨਾ ਕਰੇ, ਜਗ੍ਹਾ ਜਗ੍ਹਾ ਜਾ ਕੇ ਮੇਰੇ ਨਾਮ ਦਾ ਪ੍ਰਚਾਰ ਕਰੇ। ਤਾਂ ਫਿਰ ਉਸ ਤੋਂ ਬਾਅਦ ਮੈਂ ਪਹਿਲਾ ਗੀਤ ਰਿਕਾਰਡ ਕਰਾਇਆ ਯਿਸੂ ਨਾਸਰੀ, ਔਰ ਉਹ ਗੀਤ ਇੰਨਾ ਜ਼ਿਆਦਾ ਆਸ਼ੀਸ਼ਿਤ ਸੀ ਕਿ ਉਸ ਦੇ ਦੁਆਰਾ ਬਹੁਤ ਸਾਰੇ ਲੋਕਾਂ ਨੇ ਬਰਕਤ ਪਾਈ। ਔਰ ਉਸ ਤੋਂ ਬਾਅਦ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਮਹਾਨ ਕਾਰਜ ਕਰਨੇ ਸ਼ੁਰੂ ਕੀਤੇ, ਔਰ ਇੱਕ ਤੋਂ ਇੱਕ ਬਾਅਦ ਗੀਤ ਆਉਂਦਾ ਗਿਆ, ਔਰ ਪਰਮੇਸ਼ਵਰ ਸਾਬਿਤ ਕਰ ਦੇ ਕਿ ਤੂੰ ਮੇਰੀ ਬੇਟੀ ਹੈ। ਹਾਲੇਲੂਇਆ। ਹਾਲੇਲੂਇਆ। ਸੋ ਸਿਸਟਰ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਇੱਕ ਪਰਸਨ ਮਸੀਹ ਦੇ ਵਿੱਚ ਆਉਂਦਾ ਹੈ, ਉਹਦੇ ਮਸੀਹ 'ਚ ਆਉਣ ਦੇ ਬਾਅਦ ਕੁਝ ਦੇਰ ਬਾਅਦ ਉਹਨਾਂ ਦੀ ਲਾਈਫ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ, ਜਾਂ ਘਰ ਤੋਂ ਵਿਰੋਧ ਹੁੰਦਾ ਜਾਂ ਬਾਹਰ ਤੋਂ ਵਿਰੋਧ ਹੁੰਦਾ। ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਇੱਦਾਂ ਹੋਇਆ ਕਿ ਤੁਹਾਡਾ ਕਦੀ ਵਿਰੋਧ ਹੋਇਆ ਹੋਵੇ? ਬਿਲਕੁਲ ਬ੍ਰਦਰ, ਹਰ ਇੱਕ ਵਿਸ਼ਵਾਸੀ ਦੀ ਇੱਕ ਆਮ ਸਟੋਰੀ ਹੈ। ਔਰ ਮੈਂ ਇਹ ਮੰਨਦੀ ਹਾਂ ਕਿ ਕਈ ਵਾਰ ਪੂਰੀ ਫੈਮਲੀਜ਼ ਮਸੀਹ ਦੇ ਵਿੱਚ ਹੁੰਦੀਆਂ, ਕਈ ਵਾਰ ਫੈਮਲੀਜ਼ ਨਹੀਂ ਮਸੀਹ 'ਚ ਹੁੰਦੀਆਂ, ਕਈ ਵਾਰ ਇਕੱਲਿਆਂ ਨੂੰ ਸਰਵਾਈਵ ਕਰਨਾ ਪੈਂਦਾ ਹੈ। ਮੇਰੇ ਨਾਲ ਵੀ ਕੁਛ ਇੱਦਾਂ ਹੀ ਹੋਇਆ, ਕਿਉਂਕਿ ਮੇਰੀ ਫੈਮਲੀ ਮਸੀਹ ਨਹੀਂ ਸੀਗੀ, ਔਰ ਉਹ ਕ੍ਰਿਸਚੈਨਿਟੀ ਪ੍ਰਭੂ ਨੂੰ ਨਹੀਂ ਜਾਣਦੇ ਸੀ। ਔਰ ਜਦ ਮੈਂ ਪ੍ਰਭੂ ਦੇ ਵਿੱਚ ਆਈ ਤਾਂ ਸ਼ੁਰੂ ਮੇਰੇ ਫੈਮਲੀ ਨੇ ਮੇਰਾ ਵਿਰੋਧ ਕਰਨਾ ਸ਼ੁਰੂ ਕੀਤਾ ਕਿ ਤੂੰ ਨਹੀਂ ਜਾਏਂਗੀ ਚਰਚ, ਕਿਉਂਕਿ ਅਸੀਂ ਆਪਣੇ ਰੱਬ ਨੂੰ ਮੰਨਦੇ ਹਾਂ, ਤੂੰ ਇਹ ਹੋਰ ਚੀਜ਼ ਨਾ ਲੈ ਕੇ ਆ ਸਾਡੇ ਘਰ ਦੇ ਵਿੱਚ। ਕਿਉਂਕਿ ਯਿਸੂ ਮਸੀਹ ਨੂੰ ਬਹੁਤ ਹੀ ਅਲੱਗ ਨਿਗਾਹਾਂ ਨਾਲ ਦੇਖਿਆ ਜਾਂਦਾ ਹੈ। ਅਸੀਂ ਬਾਕੀ ਸਾਰਿਆਂ ਨੂੰ ਇੱਕ ਮੰਨਦੇ ਹਾਂ, ਪਰ ਯਿਸੂ ਨੂੰ ਅਸੀਂ ਬਿਲਕੁਲ ਹੀ ਅਲੱਗ ਮੰਨਦੇ ਹਾਂ। ਉਹਨਾਂ ਨੂੰ ਅਸੀਂ ਇਹ ਕਹਿ ਕੇ ਟਾਲ ਦਿੰਦੇ ਹਾਂ ਕਿ ਉਹ ਗੋਰਿਆਂ ਦਾ ਗੁਰੂ ਹੈ ਜੀ। ਸੋ ਇੱਦਾਂ ਦਾ ਕੁਛ ਨਹੀਂ ਆ। ਜਿੱਥੇ ਤੁਹਾਡੀ ਮਾਨਤਾ ਹੈ, ਜਿੱਥੇ ਤੁਹਾਡੀ ਮਾਨਤਾ ਹੈ, ਉਹ ਫਿਰ ਮਾਨਤਾ ਹੀ ਹੈ। ਉਹ ਫਿਰ ਗੋਰਿਆਂ ਦਾ ਗੁਰੂ ਹੋਏ ਜਾਂ ਫਿਰ ਕਿਸੇ ਦਾ ਵੀ ਗੁਰੂ ਹੋਏ। ਸੋ ਮੈਂ ਆਪਣੀ ਫੈਮਿਲੀ ਨੂੰ ਇਹ ਸਮਝਾਇਆ ਕਿ ਪਰਮੇਸ਼ਵਰ ਯਿਸੂ ਮਸੀਹ ਮਹਾਨ ਖੁਦਾ ਹੈ, ਉਹਨੇ ਮੇਰੀ ਜ਼ਿੰਦਗੀ ਨੂੰ ਬਦਲ ਦਿੱਤਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ ਹੈਗਾ, ਹੈ ਨਾ। ਮੈਂ ਉਹਨਾਂ ਨੂੰ ਕਿਹਾ ਕਿ ਜਿਹਨੇ ਤੁਹਾਡੀ ਬੇਟੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ, ਇੱਕ ਇਨਸਾਨ ਨੂੰ ਬਦਲਣਾ ਸਭ ਤੋਂ ਮੁਸ਼ਕਿਲ ਹੈ ਅੱਜ ਦੇ ਟਾਈਮ ਦੇ ਉੱਤੇ। ਉਹਦੀਆਂ ਪਾਪਾਂ 'ਚੋਂ ਉਹਨੂੰ ਕੱਢਣਾ, ਉਹ ਗਲਤ ਚੀਜ਼ਾਂ 'ਚੋਂ ਸਹੀ ਵੱਲ ਆ ਜਾਵੇ, ਇਹ ਕਿਸੇ ਇਨਸਾਨ ਦਾ ਕੰਮ ਨਹੀਂ। ਜੇ ਰੱਬ ਕਰੇ ਤਾਂ ਹੀ ਹੋ ਸਕਦਾ ਹੈ ਨਾ। ਜਦੋਂ ਅੰਤ ਹੋ ਜਾਂਦਾ ਆ, ਅੱਤ ਹੋ ਜਾਂਦੀ ਆ, ਲੋਕੀ ਕਹਿੰਦੇ ਆ ਕਿ ਜੀ ਹੁਣ ਤਾਂ ਰੱਬ ਹੀ ਕਰੇਗਾ। ਤੇ ਉਹ ਜਦੋਂ ਜ਼ਿੰਦਗੀ ਦੇ ਵਿੱਚ ਕਿਸੇ ਇਨਸਾਨ ਦੀ ਜ਼ਿੰਦਗੀ 'ਚ ਉਹ ਚੀਜ਼ ਹੁੰਦੀ ਹੈ, ਉਹ ਮਸੀਹ ਦੇ ਵਿੱਚ ਆਉਂਦਾ ਹੈ, ਔਰ ਉਹਦੇ ਲਈ ਮੈਂ ਖੁਸ਼ੀ ਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਜਦੋਂ ਇੱਕ ਨਸ਼ਾ ਕਰਨ ਵਾਲਾ ਬੱਚਾ ਨਸ਼ਾ ਛੱਡ ਕੇ ਯਿਸੂ ਮਸੀਹ ਵੱਲ ਆ ਜਾਂਦਾ ਹੈ, ਇਸ ਤੋਂ ਵੱਡੀ ਖੁਸ਼ੀ ਉਹਦੇ ਮਾਪਿਆਂ ਲਈ ਹੋਰ ਕੋਈ ਹੋ ਨਹੀਂ ਸਕਦੀ। ਮੈਂ ਆਪਣੇ ਪਰਿਵਾਰ ਨੂੰ ਕਿਹਾ ਵੀ ਯਿਸੂ ਮਸੀਹ ਮੈਨੂੰ ਮਿਲ ਗਿਆ ਹੈ, ਇਸ ਤੋਂ ਉੱਪਰ ਹੁਣ ਕੁਛ ਨਹੀਂ ਮੇਰੀ ਜ਼ਿੰਦਗੀ ਵਿੱਚ। ਮੈਂ ਆਪਣੀ ਜ਼ਿੰਦਗੀ ਦੀ ਗੱਲ ਕੀਤੀ ਕਿ ਮੈਂ ਇਹ ਹੁਣ ਐਂਡ ਆ, ਇਹ ਤੋਂ ਗਾਂ ਮੈਂ ਹੋਰ ਕਿਤੇ ਜਾ ਨਹੀਂ ਸਕਦੀ, ਇਹ ਮੇਰਾ ਪਰਮੇਸ਼ਵਰ ਆ। ਤੇ ਜਦ ਮੈਂ ਇਹ ਵਿਸ਼ਵਾਸ ਕੀਤਾ ਤੇ ਉਸ ਤੋਂ ਬਾਅਦ ਮੇਰੀ ਲਾਈਫ ਦੇ ਵਿੱਚ ਪਰਮੇਸ਼ਵਰ ਨੇ ਕਾਰਿਆ ਕੀਤਾ, ਔਰ ਮੇਰੀ ਫੈਮਿਲੀ ਹੌਲੀ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਬਦਲਾਅ ਆਇਆ, ਔਰ ਉਹਨਾਂ ਨੇ ਰੱਬ ਨੂੰ ਜਾਣਿਆ, ਸਵੀਕਾਰ ਕੀਤਾ। ਅੱਜ ਉਹਨਾਂ ਨੇ ਖੁਦਾ ਦੇ ਵਿੱਚ ਬਪਤਿਸਮਾ ਲਿਆ ਹੋਇਆ ਹੈ, ਔਰ ਉਹ ਵਿਸ਼ਵਾਸੀ ਨੂੰ ਵਿਸ਼ਵਾਸ ਕਰਦੇ ਨੇ। ਔਰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਅਗਰ ਤੁਹਾਡਾ ਵਿਰੋਧ ਹੁੰਦਾ ਹੈ ਤੇ ਕਿਸੇ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਪਰਮੇਸ਼ਵਰ ਕਈ ਵਾਰੀ ਸਾਨੂੰ ਪਰਖਦਾ ਹੈ, ਉਹਨਾਂ ਚੀਜ਼ਾਂ 'ਚੋਂ ਨਿਕਲਣ ਦੀ ਸਾਨੂੰ ਸਾਮਰਥ ਵੀ ਦਿੰਦਾ ਹੈ, ਤਾਂ ਕਿ ਅਸੀਂ ਖੜੇ ਰਹੀਏ, ਔਰ ਫਿਰ ਜਦ ਰਿਜ਼ਲਟ ਆਏ ਅਸੀਂ ਪ੍ਰਭੂ ਦੀ ਮਹਿਮਾ ਕਰੀਏ। ਹਾਲੇਲੂਇਆ। ਸੋ ਸਿਸਟਰ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਇੱਕ ਪਰਸਨ ਮਸੀਹ ਦੇ ਵਿੱਚ ਆਉਂਦਾ ਹੈ ਤੇ ਕਦੀ ਨਾ ਕਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਿਲ ਜਾਂ ਕੋਈ ਪਰੇਸ਼ਾਨੀ ਐਸੀ ਆ ਜਾਂਦੀ ਆ, ਇੱਕ ਮੋੜ ਐਸਾ ਆ ਜਾਂਦਾ ਹੈ ਕਿ ਉਹਨੂੰ ਲੱਗਦਾ ਕਿ ਨਹੀਂ, ਹੁਣ ਮੈਂ ਛੱਡਦਾ। ਤੇ ਬਹੁਤ ਸਾਰੇ ਲੋਕ ਆ ਜਿਹੜੇ ਛੱਡ ਜਾਂਦੇ ਆ ਮਸੀਹ ਨੂੰ। ਕੀ ਤੁਹਾਡੀ ਲਾਈਫ ਦੇ ਵਿੱਚ ਕਦੀ ਕੋਈ ਐਸਾ ਪਲ ਆਇਆ ਹੋਇਆ ਜਿੱਥੇ ਲੱਗਾ ਹੋਇਆ ਕਿ ਨਹੀਂ, ਕਿ ਮੈਂ ਛੱਡ ਦਵਾਂ? ਨਹੀਂ, ਇੱਦਾਂ ਦਾ ਪਲ ਮੇਰੀ ਜ਼ਿੰਦਗੀ 'ਚ ਕਦੀ ਨਹੀਂ ਆਇਆ, ਨਾ ਆਵੇਗਾ, ਮੈਂ ਵਿਸ਼ਵਾਸ ਕਰਦੀ ਹਾਂ। ਕਿਉਂਕਿ ਪ੍ਰਭੂ ਨੇ ਮੈਨੂੰ ਉਹਨਾਂ ਮੁਸ਼ਕਿਲ ਪਲੇਸਿਸ ਦੇ ਵਿੱਚ ਔਰ ਉਹਨਾਂ ਮੁਸ਼ਕਿਲ ਹਾਲਾਤਾਂ 'ਚ ਵੀ ਸੰਭਾਲ ਕੇ ਰੱਖਿਆ, ਤੇ ਮੈਂ ਆਪਣੇ ਵਿਸ਼ਵਾਸ ਨੂੰ ਖੋਇਆ ਨਹੀਂ। ਮੈਂ ਵਿਸ਼ਵਾਸ ਕੀਤਾ ਕਿ ਜਿਹੜਾ ਪਰਮੇਸ਼ਵਰ ਮੈਨੂੰ ਉਹਨਾਂ ਪਰਿਸਥਿਤੀਆਂ 'ਚੋਂ ਕੱਢ ਸਕਦਾ, ਉਹਨਾਂ ਪਰਿਸਥਿਤੀਆਂ 'ਚੋਂ ਵੀ ਕੱਢੇਗਾ, ਔਰ ਉਹਨੂੰ ਕੱਢਿਆ ਵੀ। ਔਰ ਮੈਂ ਹਰ ਇੱਕ ਨੂੰ ਇਹੀ ਸਲਾਹ ਦੇਣਾ ਚਾਹਾਂਗੀ ਕਿ ਤੁਹਾਨੂੰ ਕਿਸੇ ਮੋੜ ਤੇ ਲੱਗੇ ਕਿ ਯਿਸੂ ਮਸੀਹ ਨੇ ਮੇਰੇ ਲਈ ਇਹ ਕੀਤਾ ਨਹੀਂ, ਹੋ ਸਕਦਾ ਤੁਹਾਡੇ ਟਾਈਮ ਤੇ ਨਾ ਹੋਏ, ਲੇਕਿਨ ਪਰਮੇਸ਼ਵਰ ਦੇ ਟਾਈਮ ਤੇ ਹੋਏਗਾ। ਹੋ ਸਕਦਾ ਤੁਹਾਡੀ ਇੱਛਾ ਨਾਲ ਨਾ ਹੋਏ, ਲੇਕਿਨ ਜੋ ਪਰਮੇਸ਼ਵਰ ਦੀ ਇੱਛਾ ਉਹ ਤੁਹਾਡੀ ਜ਼ਿੰਦਗੀ 'ਚ ਜ਼ਰੂਰ ਪੂਰੀ ਹੋਏਗੀ। ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਮੇਰੀ ਜ਼ਿੰਦਗੀ 'ਚ ਹੋਣੀ ਚਾਹੀਦੀ ਸੀ, ਪ੍ਰਭੂ ਨੇ ਮੇਰੇ ਤੋਂ ਦੂਰ ਕਿਉਂ ਕਰ ਲਈ? ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੀ ਹਾਂ, ਉਹ ਤੁਹਾਡੇ ਕੋਲ ਇਸ ਲਈ ਦੂਰ ਗਈ ਕਿਉਂਕਿ ਉਹ ਤੁਹਾਡੇ ਲਈ ਨਹੀਂ ਸੀ। ਇਸ ਕਰਕੇ ਪਰਮੇਸ਼ਵਰ ਤੁਹਾਨੂੰ ਬੈਸਟ ਪਲੇਸਿਸ ਤੇ ਰੱਖੇਗਾ, ਅਗਰ ਤੁਸੀਂ ਵਿਸ਼ਵਾਸ ਕਰੋਗੇ, ਤੁਸੀਂ ਉਹਦੇ ਆਤਮਾ ਦੇ ਦੁਆਰਾ ਉਹਨਾਂ ਫਲਾਂ ਨੂੰ ਪਾਓਗੇ।
ਸੋ ਸਿਸਟਰ ਜੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜੋ ਹੁਣ ਨੌਜਵਾਨ ਕੁੜੀਆਂ ਜਾਂ ਮੁੰਡੇ ਜਿਹੜੇ ਹਲੇ ਵੀ ਪਾਪ ਦੇ ਵਿੱਚ ਆ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਪਹਿਲੀ ਗੱਲ ਤੇ ਜੇ ਅਸੀਂ ਮਸੀਹ ਦੇ ਵਿੱਚ ਹਾਂ ਤੇ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਜਿਹੜਾ ਮਸੀਹ ਤੋਂ ਹੈ ਉਹ ਪਾਪ ਨਹੀਂ ਕਰਦਾ। ਤੇ ਅਗਰ ਹਜੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਪਾਪ ਹੈ ਤੇ ਅਸੀਂ ਮਸੀਹ ਤੋਂ ਨਹੀਂ ਹਾਂ। ਸੋ ਅਗਰ ਕੋਈ ਇੱਦਾਂ ਦਾ ਇਨਸਾਨ ਹੈ ਜਿਹਦੀ ਜ਼ਿੰਦਗੀ 'ਚ ਪਾਪ ਹੈ ਲੇਕਿਨ ਉਹ ਛੱਡ ਨਹੀਂ ਪਾ ਰਿਹਾ, ਹਾਂ ਇੱਦਾਂ ਦਾ ਸਮਾਂ ਆਉਂਦਾ ਹੈ ਜਦ ਇਨਸਾਨ ਦੀ ਜ਼ਿੰਦਗੀ 'ਚ ਪਾਪ ਆਉਂਦਾ, ਮਸੀਹ ਨੂੰ ਵੀ ਜਾਣਦਾ ਔਰ ਪਾਪ ਵੀ ਕਰਦਾ। ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਤੁਸੀਂ ਖੁਦਾ ਦੇ ਕੋਲ ਜਾਓ, ਕਿਉਂਕਿ ਕੋਈ ਵੀ ਇਨਸਾਨ ਖੁਦ ਤੋਂ ਇਹਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦਾ। ਪਰਮੇਸ਼ਵਰ ਦਾ ਲਹੂ ਹੀ ਸਾਨੂੰ ਸਾਡੇ ਪਾਪਾਂ ਤੋਂ ਧੋ ਸਕਦਾ ਹੈ। ਸੋ ਤੁਹਾਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਜਿੱਦਾਂ ਦੇ ਵੀ ਤੁਸੀਂ ਹੈਗੇ ਆ, ਪਰਮੇਸ਼ਵਰ ਦੇ ਸਾਹਮਣੇ ਚਲੇ ਜਾਓ ਔਰ ਉਹਨੂੰ ਕਹੋ, ਪ੍ਰਭੂ ਮੈਨੂੰ ਆਪਣੇ ਲਹੂ ਦੇ ਨਾਲ ਧੋ ਕੇ ਸ਼ੁੱਧ ਤੇ ਪਵਿੱਤਰ ਕਰ, ਤਾਂ ਕਿ ਮੈਂ ਇਹਨਾਂ ਚੀਜ਼ਾਂ 'ਚੋਂ ਬਾਹਰ ਨਿਕਲ ਸਕਾਂ। ਕਿਉਂਕਿ ਪਾਪ ਦੀ ਮਜ਼ਦੂਰੀ ਬਾਈਬਲ ਕਹਿੰਦੀ ਮੌਤ ਹੈ। ਅੰਤ ਤੇ ਸਾਨੂੰ ਜਾ ਕੇ ਪਛਤਾਉਣਾ ਪਏਗਾ। ਆਪਣੇ ਪਰਮੇਸ਼ਵਰ ਲਈ ਡਿਸੀਜਨ ਲਓ ਕਿ ਤੁਸੀਂ ਪਾਪ ਨਹੀਂ ਕਰੋਗੇ ਤੇ ਪਵਿੱਤਰਤਾ 'ਚ ਚੱਲ ਕੇ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦਿਓਗੇ। ਔਰ ਪ੍ਰਭੂ ਨੇ ਆਪਣੇ ਉਹਨਾਂ ਸੰਤਾਂ ਸੇਵਕਾਂ ਨੂੰ ਇਸਤੇਮਾਲ ਕੀਤਾ ਹੈ ਜਿਨ੍ਹਾਂ ਨੇ ਪਰਮੇਸ਼ਵਰ ਦੇ ਲਈ ਡਿਸੀਜਨ ਲਏ ਨੇ, ਜਿਨ੍ਹਾਂ ਨੇ ਪਰਮੇਸ਼ਵਰ ਲਈ ਫੈਸਲੇ ਲਏ ਨੇ। ਹਾਲੇਲੂਇਆ। ਸੋ ਤੁਸੀਂ ਜ਼ਰੂਰ ਪਰਮੇਸ਼ਵਰ ਦੇ ਕੋਲ ਆਓ, ਜਿੱਦਾਂ ਦੇ ਵੀ ਤੁਸੀਂ ਹੈਗੇ ਆ, ਪਰਮੇਸ਼ਵਰ ਤੁਹਾਨੂੰ ਆਪਣੇ ਗਲ ਦੇ ਨਾਲ ਲਾਏਗਾ। ਮੁੜ ਤੋਂ ਫਿਰ ਪਾਪ ਨਾ ਕਰੋ। ਸੋ ਸਿਸਟਰ ਜੀ, ਜਿਸ ਤਰ੍ਹਾਂ ਜੋ ਨੌਜਵਾਨ ਕੁੜੀਆਂ ਜਿਨ੍ਹਾਂ ਦੇ ਅੰਦਰ ਅੱਜ ਬਹੁਤ ਜ਼ਿਆਦਾ ਕਰੇਜ਼ ਆ ਕਿ ਮੈਂ ਰੋਮਿਕਾ ਮਸੀਹ ਵਰਗੀ ਬਣਨਾ ਚਾਹੁੰਦੀ ਹਾਂ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਉਹ ਬਣ ਸਕਦੇ? ਮੈਂ ਬਸ ਇਹ ਕਹਿਣਾ ਚਾਹੁੰਦੀ ਹਾਂ ਕਿ ਪਰਮੇਸ਼ਵਰ ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਬਲੈਸਡ ਕਰੇ। ਮੈਂ ਇਹ ਪ੍ਰਾਰਥਨਾ ਕਰਦੀ ਹਾਂ ਆਪ ਸਭ ਲਈ। ਔਰ ਇੱਕ ਚੀਜ਼ ਹੋਰ ਕਹਿਣਾ ਚਾਹਾਂਗੀ ਕਿ ਹਮੇਸ਼ਾ ਤੁਸੀਂ ਆਪਣੀ ਕਾਲਿੰਗ ਦੇ ਅਨੁਸਾਰ ਤੁਸੀਂ ਚੱਲੋ। ਜੋ ਪਰਮੇਸ਼ਵਰ ਨੇ ਤੁਹਾਨੂੰ ਕਾਲਿੰਗ ਦਿੱਤੀ ਹੈ ਉਹਦੇ ਵਿੱਚ ਵਧੋ। ਜੇ ਤੁਹਾਨੂੰ ਪਰਮੇਸ਼ਵਰ ਨੇ ਕਿਹਾ ਹੈ ਕਿ ਤੂੰ ਇੱਕ ਜੌਬ ਕਰਨੀ ਹੈ ਔਰ ਉਹ ਜੌਬ ਬਹੁਤ ਵਧੀਆ ਇੱਕ ਪੋਸਟ ਹੈ ਔਰ ਵਧੀਆ ਤਰੀਕੇ ਦੇ ਨਾਲ ਉਹਨੂੰ ਕਰਨਾ ਹੈ ਔਰ ਉਹਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਸੁਸਮਾਚਾਰ ਸੁਣਾਉਣਾ ਹੈ, ਤਾਂ ਉਹੀ ਤੁਹਾਡੀ ਕਾਲਿੰਗ ਹੈ। ਅਗਰ ਪਰਮੇਸ਼ਵਰ ਨੇ ਤੁਹਾਨੂੰ ਇੱਕ ਪ੍ਰਚਾਰਕ ਹੋਣ ਲਈ ਚੁਣਿਆ ਹੈ ਤਾਂ ਉਹ ਤੁਹਾਡੀ ਕਾਲਿੰਗ ਹੈ। ਦੇਖੋ, ਹਰ ਕਿਸੇ ਨੂੰ ਪਰਮੇਸ਼ਵਰ ਨੇ ਆਰਾਧਕ ਹਰ ਇੱਕ ਇਨਸਾਨ ਹੈ ਜਿਹੜਾ ਮਸੀਹ 'ਚ ਆ, ਉਹ ਆਰਾਧਕ ਆ। ਲੇਕਿਨ ਹਰ ਕਿਸੇ ਨੂੰ ਪਰਮੇਸ਼ਵਰ ਨੇ ਗੀਤ ਗਾਉਣ ਲਈ ਜਾਂ ਵੀਡੀਓ ਬਣਾਉਣ ਲਈ ਨਹੀਂ ਚੁਣਿਆ। ਸੋ ਇਸ ਕਰਕੇ ਆਪਾਂ ਜਦੋਂ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਆਪਾਂ ਸਿਰਫ ਦੇਖੋ ਦੇਖੀ ਨਾ ਕਰੀਏ, ਜੋ ਸਾਡੀ ਕਾਲਿੰਗ ਆ ਉਹਦੇ ਤੇ ਵੀ ਧਿਆਨ ਦਈਏ। ਔਰ ਜੋ ਵਾਕਈ ਸਾਡੀ ਕਾਲਿੰਗ ਆਰਾਧਕ ਦੀ ਹੈ, ਵਾਕਈ ਪ੍ਰਭੂ ਨੇ ਸਾਨੂੰ ਬੁਲਾਇਆ ਹੈ ਕਿ ਗੀਤ ਰਿਕਾਰਡ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਏ। ਪਰਮੇਸ਼ਵਰ ਨੇ ਤੁਹਾਡੀ ਆਵਾਜ਼ ਨੂੰ ਅਨੋਇੰਟ ਕੀਤਾ ਹੈ, ਤੁਹਾਨੂੰ ਅਨੋਇੰਟ ਕੀਤਾ ਹੈ ਆਰਾਧਕ ਹੋਣ ਲਈ, ਮਸਾ ਕੀਤਾ ਹੈ ਕਿ ਤੁਸੀਂ ਉਹ ਗੀਤ ਭਜਨ ਕੱਢੋ ਔਰ ਲੋਕ ਉਹਦੇ ਦੁਆਰਾ ਆਸ਼ੀਸ਼ ਹੋਣ। ਤੇ ਤੁਸੀਂ ਸਬਰ ਦੇ ਨਾਲ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਚੱਲੋ ਔਰ ਪ੍ਰਭੂ ਤੁਹਾਨੂੰ ਜ਼ਰੂਰ ਇਸਤੇਮਾਲ ਕਰੇਗਾ। ਔਰ ਹਾਂ, ਜਦੋਂ ਇੱਕ ਇਨਸਾਨ ਕਿਤੇ ਪਹੁੰਚਦਾ ਹੈ ਔਰ ਜਿਹਨੂੰ ਦੇਖ ਕੇ ਅਸੀਂ ਇੰਸਪਾਇਰ ਹੁੰਦੇ ਹਾਂ ਔਰ ਸਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਹੁੰਦਾ ਕਿ ਯਾਰ ਮੈਂ ਵੀ ਇਹਦੇ ਵਾਂਗੂ ਬਣਨਾ ਚਾਹੁੰਦੀ, ਉਦੋਂ ਉਸ ਇਨਸਾਨ ਨੇ ਕੁਝ ਜ਼ਿੰਦਗੀ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਪੇ ਕੀਤੀਆਂ ਹੁੰਦੀਆਂ ਜਿਹੜੀਆਂ ਹਜੇ ਅਸੀਂ ਉਹ ਚੀਜ਼ਾਂ ਪੇ ਨਹੀਂ ਕੀਤੀਆਂ ਹੁੰਦੀਆਂ। ਸੋ ਮੈਂ ਤੁਹਾਨੂੰ ਇਹੀ ਕਹੂੰਗੀ, ਜਦੋਂ ਤੁਹਾਨੂੰ ਡਿਸੀਜ਼ਨ ਲੈਣ ਦੀ ਵਾਰੀ ਹੈ, ਜਦੋਂ ਤੁਹਾਨੂੰ ਲੱਗੇ ਕਿ ਹੁਣ ਮੈਨੂੰ ਖੁਦਾ ਦੇ ਲਈ ਖੜੇ ਹੋਣਾ ਚਾਹੀਦਾ ਹੈ, ਜਿੱਥੇ ਤੁਹਾਡੇ ਕੋਲ ਦੋ ਆਪਸ਼ਨ ਹੋਣ, ਜਿਹਦੇ ਵਿੱਚ ਇੱਕ ਬੈਸਟ ਆਪਸ਼ਨ ਹੋਏ ਕਿ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਆ, ਦੂਸਰਾ ਆਪਸ਼ਨ ਉਹ ਹੋਏ ਕਿ ਤੁਸੀਂ ਪ੍ਰਭੂ ਦੀ ਉਡੀਕ ਕਰ ਸਕਦੇ ਆ। ਤੇ ਤੁਸੀਂ ਦੋਨਾਂ ਵਿੱਚੋਂ ਇੱਕ ਕੋਈ ਚੁਣਨਾ ਹੈ ਜੋ ਕਿ ਪਰਮੇਸ਼ਵਰ ਦੇ ਹੱਕ ਦੇ ਵਿੱਚ ਹੋਏ। ਔਰ ਪ੍ਰਭੂ ਫਿਰ ਤੁਹਾਨੂੰ ਸਮੇਂ ਆਉਣ ਤੇ ਜ਼ਰੂਰ ਇਸਤੇਮਾਲ ਕਰੇਗਾ ਔਰ ਤੁਹਾਨੂੰ ਜ਼ਰੂਰ ਉਹ ਵਧਾਏਗਾ ਤੇ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰੇਗਾ। ਹਾਲੇਲੂਇਆ। ਔਰ ਮੈਂ ਇੱਕ ਹੋਰ ਵੀ ਮੈਸੇਜ ਦੇਣਾ ਚਾਹੁੰਦੀ ਹਾਂ, ਅਗਰ ਤੁਸੀਂ ਗੀਤ ਕਰਦੇ ਹੋ, ਗੀਤ ਰਿਕਾਰਡ ਕਰਦੇ ਹੋ, ਤੇ ਕੁਝ ਪੈਸੇ ਜੋੜੋ, ਆਪਣੀ ਮਿਹਨਤ ਦੇ ਨਾਲ ਜੋੜੋ ਔਰ ਆਪਣੇ ਚੈਨਲ ਤੇ ਗੀਤ ਨੂੰ ਪੋਸਟ ਕਰੋ। ਇਹ ਮੈਂ ਤੁਹਾਨੂੰ ਇੱਕ ਰਿਕੁਐਸਟ ਵੀ ਕਰਦੀ ਹਾਂ ਔਰ ਇੱਕ ਵਰਡ ਵੀ ਦਿੰਦੀ ਹਾਂ ਜਿਹੜਾ ਕਿ ਮੇਰੇ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੇ ਕੀਤਾ ਹੈ। ਕਿਉਂਕਿ ਜੋ ਪਰਮੇਸ਼ਵਰ ਨੇ ਮਸਾ ਜੋ ਅਭਿਸ਼ੇਕ ਤੁਹਾਨੂੰ ਦਿੱਤਾ ਹੈ, ਉਹ ਤੁਸੀਂ ਰਾਈਟ ਚੀਜ਼ ਤੇ ਇਸਤੇਮਾਲ ਕਰੋ ਤਾਂ ਪਰਮੇਸ਼ਵਰ ਤੁਹਾਨੂੰ ਬਲੈਸ ਕਰੇਗਾ। ਔਰ ਜਿਹੜੇ ਲੋਕ ਮੈਨੂੰ ਕਈ ਵਾਰ ਮੈਸੇਜ ਕਰਕੇ ਪੁੱਛਦੇ ਨੇ ਕਿ ਸਿਸਟਰ ਅਸੀਂ ਗੀਤ ਪਾਉਣਾ ਹੈ, ਕਿਹੜੇ ਚੈਨਲ ਤੇ ਪਾਈਏ, ਵੱਡਾ ਚੈਨਲ ਚਾਹੀਦਾ ਹੈ ਕੋਈ ਗੀਤ ਪਾਉਣ ਨੂੰ, ਤੇ ਉਹਨਾਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਚੈਨਲ ਤੇ ਗੀਤ ਰਿਲੀਜ਼ ਕਰੋ ਤਾਂ ਕਿ ਜਿੱਥੇ ਵੀ ਤੁਹਾਡਾ ਗੀਤ ਅਗਰ ਬਲੈਸਡ ਹੈ, ਆਸ਼ੀਸ਼ਿਤ ਹੈ, ਤੁਸੀਂ ਮਸਾ ਨਾਲ ਭਰਿਓ, ਕਿਤੇ ਵੀ ਪਾ ਦੋਗੇ ਚੱਲੇਗਾ। ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ। ਪ੍ਰਭੂ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਉਹ तमाम ਚੀਜ਼ਾਂ ਜਿਹੜੀਆਂ ਡੈਵਲ ਵੱਲੋਂ ਨੇ ਉਹਨਾਂ ਨੂੰ ਖਤਮ ਕਰਕੇ ਤੁਹਾਨੂੰ ਇਸਤੇਮਾਲ ਕਰੇ। ਹਾਲੇਲੂਇਆ। ਸੋ ਸਿਸਟਰ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੋਈ ਆਪਣਾ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਦਾ ਗੀਤ 2 ਲਾਈਨਾਂ ਦਰਸ਼ਕਾਂ ਵਾਸਤੇ ਸੁਣਾ ਦਿਓ। तूने मसीहा मेरे लिए, तूने मसीहा मेरे लिए इतना दुख सहा, थोड़ा सा दर्द मुझको
मिला तो क्या हुआ, तूने मसीहा मेरे लिए। ਥੈਂਕ ਯੂ ਸਿਸਟਰ ਜੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ। ਥੈਂਕ ਯੂ ਸੋ ਮਚ। ਪ੍ਰਭੂ ਤੁਹਾਨੂੰ ਬਹੁਤ ਆਸ਼ੀਸ਼ ਤੇ ਬਰਕਤ ਦੇਣ, ਤੁਹਾਡੇ ਚੈਨਲ ਨੂੰ ਵੀ ਵਧਾਉਣ, ਔਰ ਪ੍ਰਾਰਥਨਾ ਹੈ ਕਿ ਜਿਹੜਾ ਤੁਹਾਡਾ ਚੈਨਲ ਆ ਉਹ ਪਰਮੇਸ਼ਵਰ ਦੀ ਮਹਿਮਾ ਲਈ ਇਸਤੇਮਾਲ ਕੀਤਾ ਜਾਏ, ਔਰ ਖੁਦਾ ਤੁਹਾਡੇ ਹਾਰਟ ਨੂੰ ਦੇਖ ਕੇ, ਤੁਹਾਡੇ ਜੀਵਨ ਨੂੰ ਦੇਖ ਕੇ ਤੁਹਾਨੂੰ ਆਸ਼ੀਸ਼ਿਤ ਤੇ ਬਲੈਸ ਕਰੇ। ਹਾਲੇਲੂਇਆ। ਥੈਂਕ ਯੂ ਸੋ ਮਚ। ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਦੇ ਵਿੱਚ ਕੰਮ ਕੀਤਾ, ਔਰ ਅੱਜ ਪਰਮੇਸ਼ਰ ਇਹਨਾਂ ਦੇ ਦੁਆਰਾ ਲੱਖਾਂ ਰੂਹਾਂ ਨੂੰ ਬਚਾ ਰਿਹਾ ਹੈ। ਮੇਰਾ ਵਿਸ਼ਵਾਸ ਆ ਇਸ ਅਦਭੁਤ ਗਵਾਹੀ ਦੇ ਦੁਆਰਾ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਵੱਡਾ ਬਦਲਾਵ ਲੈ ਕੇ ਆਏਗਾ। ਸਾਰਿਆਂ ਨੂੰ ਜੈ ਮਸੀਹ। तो मेरे प्रिय भाई बहनों, अभी आपने एक बहुत बड़ी अद्भुत गवाही को सुना। तो मेरा विश्वास है इस अद्भुत गवाही के द्वारा परमेश्वर आपके जीवनों में 100 गुना फलों को लेकर आएगा। आप इस गवाही को अपने दोस्तों के साथ और फैमिली मेम्बर्स के साथ शेयर ज़रूर करें, ताकि वो भी जान सके कि परमेश्वर कैसे लोगों के जीवन में अद्भुत काम कर रहा है। तो आप हमारे चैनल गवाह यीशु को सब्सक्राइब ज़रूर कर लें, ताकि आने वाले दिनों में आप परमेश्वर के और गवाहों के साथ मिल सकें। अगर आप भी अपनी टेस्टमनी हमारे साथ शेयर करना चाहते हैं तो नीचे आपको एक ईमेल आईडी दिखाई दे रही होगी, आप उस ईमेल आईडी पर अपनी डिटेल्स को शेयर कर दें, हम आपसे कांटेक्ट ज़रूर करेंगे। तो मेरा विश्वास है परमेश्वर आपके जीवनों को सेम नहीं रहने देगा। गॉड ब्लेस यू ऑल। सभी को जय मसीह की। ਅਸੀਂ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ।